ਸਵੇਟ ਮਾਰਡਨ ਦੀ ਪੁਸਤਕ ਕਰੋੜਪਤੀ ਕਿਵੇਂ ਬਣੀਏ। ਰਿੱਧੀ ਸਿੱਧੀ। ਜਦ ਕੋਈ ਸਥਾਪਤ ਇੰਜੀਨੀਅਰ ਆਪਣੇ ਸਾਹਮਣੇ ਕਿਸੇ ਵਿਸ਼ਾਲ ਭਵਨ ਦਾ ਨਕਸ਼ਾ ਰੱਖਦਾ ਹੈ ਤਾਂ ਉਹ ਭਵਨ ਕੇਵਲ ਉਸ ਨਕਸ਼ੇ ਉੱਤੇ ਹੀ ਨਹੀਂ ਹੁੰਦਾ, ਉਹਦੇ ਅੰਦਰ ਵਿੱਚ, ਉਹਦੀ ਕਲਪਨਾ ਵਿੱਚ ਹੁੰਦਾ ਹੈ। ਉਹ ਪੂਰੇ ਦਾ ਪੂਰਾ ਭਵਨ ਆਪਣੇ ਧਿਆਨ ਵਿੱਚ ਵੀ ਦੇਖਦਾ ਹੈ। ਇਸੇ ਤਰ੍ਹਾਂ ਜਦੋਂ ਵਿਅਕਤੀ ਆਪਣੀ ਇੱਛਾ ਨੂੰ, ਆਪਣੀ ਕਲਪਨਾਵਾਂ ਨੂੰ ਸਾਕਾਰ ਵੇਖਦਾ ਹੈ, ਉਸ ਸਮੇਂ ਉਹਦੀ ਸਫਲਤਾ ਦੂਰ ਨਹੀਂ ਰਹਿੰਦੀ। ਮਨੋਵਿਗਿਆਨ ਦੱਸਦਾ ਹੈ ਕਿ ਜਿਸ ਪਦਾਰਥ ਜਾਂ ਮਨੁੱਖ ਆਪਣੇ ਮਨ ਦੀ ਕਾਮਨਾ ਕਰਦਾ, ਉਹਦੇ ਵੱਲ ਉਹਦੀਆਂ ਸਰੀਰਕ ਅਤੇ ਮਾਨਸਿਕ ਸ਼ਕਤੀਆਂ ਆਕਰਸ਼ਿਤ ਹੋ ਜਾਂਦੀਆਂ। ਅਸੀਂ ਜਿਵੇਂ ਸੋਚਦੇ ਹਾਂ ਉਂਝ ਹੀ ਬਣ ਜਾਂਦਾ ਹੈ, ਜਿਵੇਂ ਸੋਚਦੇ ਹਾਂ ਉਂਝ ਹੀ ਪਾ ਲੈਂਦੇ ਹਾਂ। ਕਈ ਮਨੁੱਖ ਆਪਣੇ ਮਨ ਦੀ ਨਿਰਾਸ਼ਾ ਦੇ ਕਾਰਨ ਆਪਣੀ ਆਂਤਰਿਕ ਸ਼ਕਤੀਆਂ ਨੂੰ ਕੁਠਿਤ ਕਰ ਲੈਂਦੇ ਹੈ। ਪੂੰਜੀ ਦੀ ਘਾਟ, ਮਿੱਤਰਾਂ ਦੀ ਘਾਟ, ਸਹਾਇਕਾਂ ਦੀ ਘਾਟ ਆਦਿ ਅਨੇਕ ਘਾਟਾਂ ਦੀ ਕਲਪਨਾ ਕਰਕੇ ਉਹ ਨਿਰਾਸ਼ਾ ਨੂੰ ਮਨ 'ਚ ਸਥਾਨ ਦੇ ਦਿੰਦੇ ਹੈ। ਯਤਨ ਕਰਨਾ ਬੰਦ ਕਰ ਦਿੰਦੇ ਹੈ। ਉਹ ਨਿਕੰਮੇ ਬਣ ਜਾਂਦੇ ਆ। ਨਤੀਜਾ ਨਿਕਲਦਾ ਹੈ ਕਿ ਉਹ ਸਫਲ ਹੋ ਜਾਂਦੇ ਹੈ। ਉਂਝ ਸਾਡੇ ਦਿਲ 'ਚ ਕੋਈ ਵੀ ਅਜਿਹੀ ਇੱਛਾ ਪੈਦਾ ਨਹੀਂ ਹੁੰਦੀ ਜਿਹਨੂੰ ਪੂਰਾ ਕਰਨ ਦੀ ਸ਼ਕਤੀ ਸਾਡੇ 'ਚ ਨਹੀਂ ਹੈ। ਮਨੁੱਖ ਨੂੰ ਭਗਵਾਨ ਨੇ ਸੁੰਦਰ ਅਤੇ ਤਾਕਤਵਰ ਸਰੀਰ ਪ੍ਰਦਾਨ ਕੀਤਾ ਹੈ। ਉਸੇ ਵਿਚਾਰ ਅਤੇ ਵਿਵੇਕ ਦੀ ਸ਼ਕਤੀ ਪ੍ਰਦਾਨ ਕੀਤੀ ਹੈ। ਫਿਰ ਤੁਸੀਂ ਚਿੰਤਾ ਕਿਉਂ ਕਰਦੇ ਹੋ? ਆਪਣੇ ਉੱਤੇ ਵਿਸ਼ਵਾਸ ਰੱਖੋ। ਜੇ ਤੁਹਾਨੂੰ ਆਪਣੇ ਹੱਥਾਂ ਦੀ ਸ਼ਕਤੀ ਉੱਤੇ ਵਿਸ਼ਵਾਸ ਨਹੀਂ ਤਾਂ ਤੁਸੀਂ ਉਹਨਾਂ ਹੱਥਾਂ ਨਾਲ ਕੰਮ ਕੀ ਕਰੋਗੇ? ਜਦ ਤੱਕ ਸ਼ਰਧਾ ਅਤੇ ਵਿਸ਼ਵਾਸ ਨਹੀਂ ਹੋਏਗਾ ਤੁਸੀਂ ਕਦੀ ਵੀ ਮਿਹਨਤ ਨਹੀਂ ਕਰ ਸਕੋਗੇ ਅਤੇ ਕੋਈ ਵੀ ਕੰਮ ਮਿਹਨਤ ਤੋਂ ਬਿਨਾਂ ਪੂਰਾ ਹੀ ਨਹੀਂ ਹੁੰਦਾ। ਹੋ ਸਕਦਾ ਹੈ ਕੰਮ ਸ਼ੁਰੂ ਕਰਨ 'ਤੇ ਰੁਕਾਵਟਾਂ ਸਾਹਮਣੇ ਆਉਣ, ਲੋਕ ਤੁਹਾਨੂੰ ਬੁੱਧੀਹੀਨ ਸਮਝਣ। ਈਸਾ ਮਸੀਹ ਨੂੰ ਤਾਂ ਲੋਕਾਂ ਨੇ ਪਾਗਲ ਤੱਕ ਕਿਹਾ ਸੀ, ਪਰ ਉਹ ਆਪਣੀ ਆਤਮਾ ਦੀ ਆਵਾਜ਼ 'ਤੇ ਚੱਲਦੇ ਸੀ। ਧੀਰਜ, ਆਤਮ ਵਿਸ਼ਵਾਸ ਅਤੇ ਦ੍ਰਿੜ ਸੰਕਲਪ ਅਤੇ ਆਪਣੇ ਲਕਸ਼ ਉੱਤੇ ਦ੍ਰਿਸ਼ਟੀ ਨੂੰ ਇਕਾਗਰ ਕਰੀ ਰੱਖੋ। ਤੁਹਾਡੇ ਉਜਲੇ ਭਵਿੱਖ 'ਚ ਕੋਈ ਸ਼ੱਕ ਨਹੀਂ ਰਹੇਗਾ। ਤੁਹਾਡਾ ਲਕਸ਼ ਹੀ ਤੁਹਾਡਾ ਧਰੁਵ ਹੈ। ਉਸ ਉੱਤੇ ਅਟੱਲ ਵਿਸ਼ਵਾਸ ਲੈ ਕੇ ਤੁਸੀਂ ਰੁਕਾਵਟਾਂ ਦੇ ਵੱਡੇ ਤੋਂ ਵੱਡੇ ਪਹਾੜ ਪਾਰ ਕਰ ਜਾਓਗੇ। ਕਿਸੇ ਮਜਬੂਰੀ ਦੇ ਕਾਰਨ ਜੇ ਤੁਸੀਂ ਅਜਿਹੇ ਅਹੁਦੇ ਉੱਤੇ ਕੰਮ ਕਰ ਰਹੇ ਹੋ ਜਿਹਨੂੰ ਤੁਸੀਂ ਆਪਣੀ ਯੋਗਤਾ ਤੋਂ ਨੀਵਾਂ ਸਮਝਦੇ ਹੋ, ਚਿੰਤਾ ਨਾ ਕਰੋ। ਆਤਮ ਵਿਸ਼ਵਾਸ ਨਾ ਗਵਾਓ, ਉਹਦਾ ਪਾਲਣ ਪੋਸ਼ਣ ਕਰਦੇ ਰਹੋ। ਸਮਾਂ ਆਏਗਾ ਤੁਸੀਂ ਆਪਣੇ ਮਨ ਚਾਹੇ ਅਹੁਦੇ ਨੂੰ ਪ੍ਰਾਪਤ ਕਰ ਹੀ ਰਹੋਗੇ। ਟਾਮਸ ਐਲਵਾ ਐਡੀਸਨ ਨੂੰ ਸਫਲਤਾ ਕਿਵੇਂ ਮਿਲੀ? ਉਹਦੀਆਂ ਇੰਨੀਆਂ ਖੋਜਾਂ ਦਾ ਭੇਦ ਕੀ ਸੀ? ਉਹਨੇ ਇੱਕ ਵਾਰ ਵੀ ਇਹ ਨਹੀਂ ਸੋਚਿਆ ਕਿ ਇਹੀ ਖੋਜਾਂ 'ਚ ਅਨੇਕ ਵਿਗਿਆਨਕ ਅਸਫਲ ਹੋ ਚੁੱਕਿਆ ਹੈ ਅਤੇ ਉਹ ਕਿਵੇਂ ਸਫਲ ਹੋ ਸਕਦਾ ਹੈ। ਉਹਦੇ ਸੁਪਨੇ ਸਾਕਾਰ ਹੋਏ। ਉਹ ਮਹਾਨ ਵਿਗਿਆਨਕ ਅਨੇਕਾਂ ਖੋਜਾਂ ਕਰਕੇ ਅਮਰ ਹੋ ਗਿਆ। ਉਹਨੂੰ ਆਪਣੀ ਯੋਗਤਾ 'ਤੇ ਪੂਰਾ ਵਿਸ਼ਵਾਸ ਸੀ। ਆਸ਼ਾ, ਇੱਛਾਵਾਂ ਉੱਤੇ ਅਟੱਲ ਵਿਸ਼ਵਾਸ ਹੀ ਸਫਲਤਾ ਦੀ ਕੁੰਜੀ ਹੈ। ਇਹਦੇ ਬਿਨਾਂ ਸਫਲਤਾ ਦੇ ਦਰਵਾਜ਼ੇ ਨਹੀਂ ਖੁੱਲ੍ਹਦੇ। ਰਸਤੇ 'ਚ ਕਿੰਨਾ ਹੀ ਹਨੇਰਾ ਹੋਵੇ, ਕਿੰਨੇ ਹੀ ਝਾੜ ਝਾਫੇ, ਰੋੜੇ ਪੱਥਰ ਕਿਉਂ ਨਾ ਹੋਣ, ਜੇ ਆਸ ਦਾ ਦੀਵਾ ਜਲਾ ਕੇ ਆਪਣੇ ਰਸਤੇ ਉੱਤੇ ਵਧੋਗੇ ਤਾਂ ਹਨੇਰਾ ਕਿਤੇ ਨਹੀਂ ਹੋਏਗਾ। ਆਪਣੇ ਅੰਦਰਲੀ ਪ੍ਰੇਰਨਾ ਅਤੇ ਆਤਮ ਵਿਸ਼ਵਾਸ ਦੀ ਤਾਕਤ ਉੱਤੇ ਹੀ ਇਬਰਾਹਿਮ ਲਿੰਕਨ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਜਾ ਪਹੁੰਚਿਆ। ਇਸੇ ਤਰ੍ਹਾਂ ਪ੍ਰੇਰਨਾ ਨੂੰ ਦਿਲ 'ਚ ਧਾਰਨ ਕਰਕੇ ਉਹ ਆਪ ਹੀ ਉੱਚੇ ਅਹੁਦੇ ਉੱਤੇ ਪਹੁੰਚ ਸਕਦੇ ਹਨ। ਗੁੱਡਈਅਰ ਚੰਗਾ ਵਿਅਕਤੀ ਸੀ, ਪਰ ਉਹ ਅੱਗੇ ਵਧਣ ਦੀਆਂ ਇੱਛਾਵਾਂ ਦੇ ਸੁਪਨੇ ਵੇਖਿਆ ਕਰਦਾ ਸੀ। ਉਹਨੇ ਆਪਣੀਆਂ ਇੱਛਾਵਾਂ ਨੂੰ ਸੁਪਨੇ 'ਚ ਸਾਕਾਰ ਕਰ ਲਿਆ, ਇਸ ਲਈ ਉਹ ਰਬੜ ਦੀ ਖੋਜ 'ਚ ਸਫਲ ਹੋ ਗਿਆ। ਅੱਜ ਦਾ ਐਲੀਗ੍ਰਾਮ ਮਾਰਸ ਦੀਆਂ ਸੁਪਨ ਇੱਛਾਵਾਂ ਦਾ ਮੂਰਤ ਰੂਪ ਹੈ। ਫੋਲਡ ਲਗਾਤਾਰ ਨਿਰਾਸ਼ਾ ਨਾਲ ਜੂਝਦਾ ਹੋਇਆ ਬੇਤਾਰ ਦੇ ਤਾਰ ਦੀ ਖੁਸ਼ੀ 'ਚ ਲੱਗਿਆ ਰਿਹਾ ਅਤੇ ਅੰਤ 'ਚ ਸਫਲ ਹੋ ਗਿਆ। ਮਾਰਕਨੀ ਦੇ ਸੁਪਨੇ ਟੈਲੀਗ੍ਰਾਫ ਦੀਆਂ ਖੋਜਾਂ 'ਚ ਪ੍ਰਗਟ ਹੋਏ। ਗ੍ਰਾਹਮ ਬੇਲ ਦੀਆਂ ਇੱਛਾਵਾਂ ਟੈਲੀਫੋਨ 'ਚ ਸਫਲ ਹੋਈਆਂ। ਵਿਲੀਅਮ ਹੋਵੇ ਦੀ ਕਲਪਨਾ ਸਿਲਾਈ ਦੀ ਮਸ਼ੀਨ ਦੇ ਰੂਪ 'ਚ ਮਨੁੱਖ ਜਾਤੀ ਦੀ ਉਪਕਾਰਕ ਬਣੇ। ਕਿਸੇ ਵੀ ਮਹਾਨ ਪੁਰਖ ਦੀ ਜੀਵਨੀ ਦੇਖੀਏ ਤੁਹਾਨੂੰ ਸਪਸ਼ਟ ਪਤਾ ਚੱਲ ਜਾਏਗਾ। ਆਤਮ ਵਿਸ਼ਵਾਸ ਦੇ ਆਧਾਰ ਉੱਤੇ ਹੀ ਮਨੁੱਖ ਜਾਤੀ ਦੀ ਸੇਵਾ ਕਰਨ 'ਚ ਸਫਲਤਾ ਪ੍ਰਾਪਤ ਕੀਤੀ। ਕੋਲੰਬਸ ਨੇ ਆਪਣੇ ਸਾਥੀਆਂ ਦੇ ਵਿਰੋਧ ਇੱਥੋਂ ਤੱਕ ਕੀਤਾ ਕਿ ਹੱਤਿਆ ਦੀ ਧਮਕੀ ਤੱਕ ਦੀ ਕੋਈ ਪਰਵਾਹ ਨਹੀਂ ਕੀਤੀ, ਕਿਉਂਕਿ ਉਹਦੀ ਦ੍ਰਿਸ਼ਟੀ ਵਿੱਚ ਕੇਵਲ ਇੱਕ ਲਕਸ਼ ਸੀ। ਵਿਗਿਆਨਕਾਂ ਦਾ ਅਨੁਮਾਨ ਹੈ ਕਿ ਬਾਜ ਦੇ ਖੰਭ ਉੱਡਣ ਦੀ ਇੱਛਾ ਵਿੱਚ ਹੀ ਨਿਕਲੇ। ਮਨੁੱਖ ਆਸ਼ਾ ਇੱਛਾਵਾਂ ਦੇ ਖੰਭਾਂ ਉੱਤੇ ਹੀ ਉਡਾਨ ਭਰਦਾ ਹੈ। ਦ੍ਰਿੜ ਸੰਕਲਪ ਅਤੇ ਆਤਮ ਵਿਸ਼ਵਾਸ ਦੇ ਦੁਆਰਾ ਤੁਸੀਂ ਕਿਸੇ ਵੀ ਵਿਅਕਤੀ ਜਾਂ ਪਦਾਰਥ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ। ਅੰਦਰ ਦੀ ਪ੍ਰੇਰਨਾ ਜਾਂ ਤਾਕਤ ਉਨੇ ਹੀ ਮਨੁੱਖੀ ਸੱਭਿਅਤਾ ਦਾ ਨਿਰਮਾਣ ਹੋਇਆ। ਸਾਰੀਆਂ ਖੋਜਾਂ ਦੀ
ਖੋਜ ਆਤਮ ਵਿਸ਼ਵਾਸ ਹੈ। ਕੋਈ ਵੀ ਗਰੀਬ ਜੇ ਧਨੀ ਬਣਿਆ ਤਾਂ ਆਤਮ ਵਿਸ਼ਵਾਸ ਦੀ ਤਾਕਤ ਉੱਤੇ ਬਣਿਆ। ਇੱਛਾਵਾਂ ਦੋ ਪ੍ਰਕਾਰ ਦੀਆਂ, ਸਰੀਰ ਦੀ ਅਤੇ ਆਤਮਾ ਦੀ। ਆਤਮਾ ਦੀਆਂ ਇੱਛਾਵਾਂ ਹੀ ਮਨੁੱਖ ਨੂੰ ਮਹਾਨ ਬਣਾਉਂਦੀਆਂ। ਵਾਸਤਵ ਵਿੱਚ ਸਰੀਰ ਦੀਆਂ ਇੱਛਾਵਾਂ ਜ਼ਿਆਦਾ ਉੱਚਾ ਨਹੀਂ ਉੱਠਣ ਦਿੰਦੀਆਂ। ਜਦ ਕੋਈ ਮਨੁੱਖ ਉੱਨਤੀ ਕਰ ਰਿਹਾ ਤਾਂ ਉਹ ਸਮਝਦਾ ਹੈ ਕਿ ਆਪਣੀ ਸ਼ਕਤੀ ਉੱਤੇ ਉੱਨਤੀ ਕਰ ਰਿਹਾ, ਪਰ ਅਸਲ 'ਚ ਉਹਨੂੰ ਵਧਾਉਣ ਵਾਲੀ ਸ਼ਕਤੀ ਉਹਦੀ ਆਤਮਾ ਹੁੰਦੀ ਹੈ। ਬਹੁਤ ਘੱਟ ਮਨੁੱਖ ਜਾਣਦੇ ਆ ਕਿ ਉਹ ਸੰਸਾਰ 'ਚ ਕੋਈ ਖਾਸ ਕੰਮ ਕਰਨ ਦੇ ਲਈ ਆਏ ਹੈ ਜਾਂ ਉਹਨਾਂ ਉੱਤੇ ਸੱਚ ਦੀ ਰਾਖੀ ਦੀ ਜ਼ਿੰਮੇਵਾਰੀ ਹੈ। ਉਹ ਜੀਵਨ ਈਸ਼ਵਰ ਦੀ ਧਾਤੀ ਜਾਂ ਧਰੋਹਰ ਹੈ। ਇਹਨੂੰ ਈਸ਼ਵਰ ਨੇ ਉਹਨਾਂ ਨੂੰ ਇਸ ਲਈ ਪ੍ਰਦਾਨ ਕੀਤਾ ਹੈ ਕਿ ਉਹ ਈਸ਼ਵਰ ਦੀ ਆਗਿਆ ਅਤੇ ਉਸ ਜ਼ਿੰਮੇਵਾਰ ਨੂੰ ਸੰਭਾਲੇ ਅਤੇ ਉਦੇਸ਼ਹੀਣ ਜੀਵਨ ਲੈ ਕੇ ਮਾਰੇ ਨਾ ਫਿਰੇ। ਅਕਸਰ ਅਸੀਂ ਇਹ ਨਹੀਂ ਜਾਣਦੇ ਕਿ ਸੰਸਾਰ ਦਾ ਵਰਤਮਾਨ ਸਰੂਪ ਲੱਖਾਂ ਲੋਕਾਂ ਦੀ ਮਿਹਨਤ ਦਾ ਨਤੀਜਾ ਹੈ। ਸਾਡੇ ਮੂੰਹ 'ਚ ਕਦੇ ਕਿਸੇ ਵਿਚਾਰਕ, ਦਾਰਸ਼ਨਿਕ, ਵਿਗਿਆਨਕ ਜਾਂ ਜਨ ਸੇਵਕ ਦੀ ਪ੍ਰਸ਼ੰਸਾ ਨਹੀਂ ਨਿਕਲ ਪਾਉਂਦੀ। ਅਸੀਂ ਨਹੀਂ ਜਾਣਦੇ ਕਿ ਸੰਸਕ੍ਰਿਤ ਦਾ ਮਹਾਨ ਦਰੱਖਤ ਜਿਹਨੂੰ ਅੱਜ ਅਸੀਂ ਆਪਣੇ ਉਪਯੋਗ 'ਚ ਲਿਆ ਰਹੇ ਹਾਂ ਕਿੰਨੇ ਭਗੀਰਥ ਯਤਨਾਂ ਦਾ ਫਲ ਹੈ। ਤਾਂ ਤੁਸੀਂ ਆਪਣੀ ਅੰਦਰਲੀ ਪ੍ਰੇਰਨਾ ਤੋਂ ਪ੍ਰੇਰਿਤ ਹੋ ਕੇ ਕਿਸੇ ਕੰਮ 'ਚ ਤਨ ਮਨ ਤੋਂ ਲੱਗ ਜਾਓਗੇ ਤਾਂ ਕੋਈ ਕਾਰਨ ਨਹੀਂ ਕਿ ਤੁਸੀਂ ਸਫਲ ਨਾ ਹੋ। ਸਫਲਤਾ ਅਤੇ ਚਰਿੱਤਰ ਨਿਰਮਾਣ ਦੇ ਲਈ ਆਪਣੀ ਛਿਪੀ ਸ਼ਕਤੀਆਂ ਦਾ ਗਿਆਨ ਅਤੇ ਮੁਲਾਂਕਣ ਬਹੁਤ ਜ਼ਰੂਰੀ ਹੈ। ਨਿਸ਼ਚਾਤਮਕ ਬਿਰਤੀ ਸੱਚ ਦੀ ਅਭਿਵਿਅਕਤੀ ਜਾਂ ਕਥਨ ਹੈ ਜਿਹਨੂੰ ਜੀਵਨ ਦੀ ਵਿਅਕਤ ਕਰਨ ਦੇ ਲਈ ਮਾਰਗਦਰਸ਼ਨ ਸ਼ਕਤੀ ਬਣਾਉਣ ਦੇ ਉਦੇਸ਼ ਵਿੱਚ ਸਾਵਧਾਨੀ ਦੇ ਨਾਲ ਵਰਤਿਆ ਜਾਂਦਾ ਹੈ। ਇਹ ਕੇਵਲ ਉਹੀ ਕਰ ਸਕਦਾ ਹੈ ਜੋ ਸੋਚਦਾ ਹੋਵੇ ਕਿ ਉਹ ਕਰ ਸਕਦਾ ਹੈ। ਸੰਸਾਰ ਕੇਵਲ ਦ੍ਰਿੜ ਨਿਸ਼ਚੇ ਵਾਲੇ ਆਦਮੀਆਂ ਦੇ ਲਈ ਰਸਤਾ ਬਣਾਉਂਦਾ ਹੈ। ਦੂਜਿਆਂ ਦੇ ਲਈ ਤਾਂ ਰਸਤਿਆਂ 'ਚ ਅਜਿਹੀ ਵਿਘਨ ਪੈਦਾ ਕਰਦਾ ਹੈ ਕਿ ਲੋਕ ਠੋਕਰ ਖਾ ਕੇ ਮੂੰਹ ਵੱਲ ਗਿਰਦੇ ਹੈ। ਐਮਰਸਨ ਦਾ ਕਹਿਣਾ ਹੈ ਕਿ ਦ੍ਰਿੜ ਨਿਸ਼ਚਾ ਅਤੇ ਮਿਹਨਤ ਨਾਲ ਕਿਸੇ ਤਾਰੇ ਤੱਕ ਵੀ ਪੈਦਲ ਚੱਲ ਕੇ ਪਹੁੰਚਣ ਦੀ ਸੰਭਾਵਨਾ ਹੈ, ਪਰ ਉਹ ਲੋਕ ਕਦੀ ਆਪਣੇ ਲਕਸ਼ ਤੱਕ ਨਹੀਂ ਪਹੁੰਚਣਗੇ ਜੋ ਸੰਸਾਰ ਦੀ ਦਲਦਲ ਵਿੱਚ ਹੀ ਪ੍ਰੀਖਣ ਕਰਦੇ ਹੈ। ਵਿਸ਼ਵਾਸ ਕਾਰਜ ਸਿੱਧੀ ਦਾ ਜਨਕ ਹੈ। ਉਹਦੀ ਯੋਗਤਾ ਨੂੰ ਤਾਕਤ ਮਿਲਦੀ ਹੈ, ਉਹ ਦੁੱਗਣੀ ਹੋ ਜਾਂਦੀ ਹੈ। ਮਾਨਸਿਕ ਸ਼ਕਤੀਆਂ ਦਾ ਸਹਾਰਾ ਮਿਲਦਾ ਹੈ, ਉਹ ਤਕੜੀ ਹੋ ਜਾਂਦੀ ਹੈ, ਸ਼ਕਤੀ ਵੱਧ ਜਾਂਦੀ ਹੈ। ਵਿਚਾਰਾਂ ਦੀ ਤੀਬਰਤਾ ਕੇਵਲ ਧਾਰਨਾ ਤੋਂ ਮਿਲਦੀ ਹੈ, ਉਹਨਾਂ ਵਿੱਚ ਸਥਿਰਤਾ ਕੇਵਲ ਨਿਸ਼ਚੇ ਤੋਂ ਆਉਂਦੀ ਹੈ। ਸ਼ਕਤੀ ਕੇਵਲ ਵਿਸ਼ਵਾਸ ਤੋਂ ਮਿਲਦੀ ਹੈ। ਜੇਕਰ ਇਹ ਗੁਣ ਕਮਜ਼ੋਰ ਹਨ ਤਾਂ ਵਿਚਾਰ ਕਮਜ਼ੋਰ ਹੋਣਗੇ ਅਤੇ ਕੰਮ ਵਿਅਰਥ। ਕੋਈ ਵਿਅਕਤੀ ਦ੍ਰਿੜ ਗੰਭੀਰ ਧਾਰਨਾ ਬਣਾ ਅਤੇ ਰੱਖ ਹੀ ਨਹੀਂ ਪਾਉਂਦੇ। ਉਹ ਸਭ ਤਰ੍ਹਾਂ ਬਿਲਕੁਲ ਸਤ੍ਹਾ 'ਤੇ ਰਹਿੰਦੇ ਹੈ। ਗੰਗਾ ਗਏ ਗੰਗਾ ਦਾਸ, ਜਮਨਾ ਗਏ ਜਮਨਾ ਦਾਸ। ਜੋ ਕਿਸੇ ਮਾਰਗ ਦੇ ਅਨੁਸਰਨ ਕਰਨ ਦਾ ਨਿਸ਼ਚਾ ਕਰਦੇ ਆ ਤਾਂ ਉਹਨਾਂ ਦਾ ਨਿਸ਼ਚਾ ਇੰਨਾ ਛਿਛਲਾ ਅਤੇ ਸਥਾਈ ਹੁੰਦਾ ਹੈ ਕਿ ਰੁਕਾਵਟ 'ਤੇ ਆਉਂਦੇ ਹੀ ਸਭ ਤੋਂ ਪਹਿਲਾਂ ਹਥਿਆਰ ਸੁੱਟ ਦਿੰਦੇ ਆ। ਹਮੇਸ਼ਾ ਆਪਣੇ ਵਿਰੋਧੀਆਂ ਅਤੇ ਉਹਨਾਂ ਲੋਕਾਂ ਦੀ ਦਇਆ 'ਤੇ ਨਿਰਭਰ ਰਹਿੰਦੇ ਆ ਜੋ ਉਹਨਾਂ ਨਾਲ ਸਹਿਮਤ ਨਹੀਂ ਹੁੰਦੇ। ਅਜਿਹੇ ਵਿਅਕਤੀ ਜਲਦੀ ਬਦਲਦੇ ਰਹਿੰਦੇ ਆ। ਉਹਨਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਹਨਾਂ 'ਚ ਫੈਸਲੇ ਕਰਨ ਦੀ ਸ਼ਕਤੀ ਨਹੀਂ ਹੁੰਦੀ। ਉਹਨਾਂ ਦੀ ਕੋਈ ਵੀ ਯੋਜਨਾ ਨਿਸ਼ਚਾਤਮਕ ਨਹੀਂ ਹੁੰਦੀ। ਦ੍ਰਿੜ ਨਿਸ਼ਚੇ ਦੀ ਸ਼ਕਤੀ ਨੂੰ ਪਹਿਚਾਣ ਲਓ। ਸਮਝ ਲਓ ਕਿ ਜੋ ਬਣਨਾ ਚਾਹੁੰਦੇ ਹੋ ਬਣ ਸਕਦੇ ਹੋ। ਜਿਹਦੇ ਲਈ ਯਤਨ ਕਰੋਗੇ ਉਹਨੂੰ ਕਰ ਸਕਦੇ ਹੋ। ਇਸ ਨਾਲ ਸੰਪੂਰਨ ਜੀਵਨ ਵਿੱਚ ਮਹਾਨ ਕ੍ਰਾਂਤੀ ਹੋ ਜਾਏਗੀ। ਆਪਣੇ ਜ਼ਿਆਦਾਤਰ ਦੋਸ਼ਾਂ ਅਤੇ ਕਸ਼ਟਾਂ ਤੋਂ ਬਚ ਜਾਓਗੇ ਅਤੇ ਜੀਵਨ ਦੀਆਂ ਉਚਾਈਆਂ 'ਤੇ ਪਹੁੰਚ ਜਾਓਗੇ ਜਿਸ ਦਾ ਇਕਾਂਤ ਵਿੱਚ ਬੈਠੇ ਅਸੀਂ ਸੁਪਨਾ ਲੈਂਦੇ ਹਾਂ। ਇੱਛਾ ਜਦੋਂ ਕਿਰਿਆ ਰੂਪ 'ਚ ਆਉਂਦੀ ਹੈ ਤਾਂ ਦ੍ਰਿੜ ਨਿਸ਼ਚਾ ਸ਼ਕਤੀ ਦਾ ਹੀ ਰੂਪਾਂਤਰ ਹੁੰਦੀ ਹੈ। ਇੱਛਾ ਕਿਸੇ ਕੰਮ ਕਰਨ ਦਾ, ਦ੍ਰਿੜ ਨਿਸ਼ਚਾ ਅਤੇ ਕਿਸੇ ਕੰਮ ਨੂੰ ਕਰਨ ਦੀ ਆਪਣੀ ਯੋਗਤਾ ਦੇ ਵਿਸ਼ੇ 'ਚ ਦ੍ਰਿੜ ਨਿਸ਼ਚਾ ਇੱਕ ਹੀ ਗੱਲ ਹੈ। ਸੰਸਾਰ 'ਚ ਕੋਈ ਵੀ ਆਦਮੀ ਉਦੋਂ ਤੱਕ ਕੁਛ ਨਹੀਂ ਕਰ ਸਕਦਾ ਜਦ ਤੱਕ ਆਪਣੇ ਹੱਥ ਵਿੱਚ ਲਏ ਕੰਮ ਦੇ ਵਿਸ਼ੇ 'ਚ ਆਪਣੀ ਯੋਗਤਾ ਦੇ ਵਿਸ਼ੇ ਵਿੱਚ ਉਹਨੂੰ ਨਿਸ਼ਚਿਤ ਵਿਸ਼ਵਾਸ ਨਾ ਹੋਵੇ। ਅਜਿਹੇ ਆਦਮੀ ਦਾ ਪਿੱਛੇ ਹਟਣਾ ਲਗਭਗ ਅਸੰਭਵ ਹੈ ਜਿਹਦੀ ਆਪਣੇ ਕੰਮ ਉੱਤੇ, ਉਦੇਸ਼ ਉੱਤੇ ਦ੍ਰਿੜ ਅਵਸਥਾ ਹੈ, ਜਿਹਦਾ ਇਹ ਵਿਸ਼ਵਾਸ ਹੈ ਕਿ ਜੋ ਕੰਮ ਉਹਦੇ ਸਾਹਮਣੇ ਹੈ ਉਹਨੂੰ ਕਰ ਸਕਦਾ ਹੈ ਅਤੇ ਉਹਨਾਂ ਰੁਕਾਵਟਾਂ ਦਾ ਮੁਕਾਬਲਾ ਕਰਨ 'ਚ ਸਮਰੱਥ ਹੈ ਜੋ ਉਹਦਾ ਰਸਤਾ ਰੋਕ ਕੇ ਖੜ੍ਹੀਆਂ ਹੋ ਜਾਂਦੀਆਂ। ਉਹ ਆਪਣੇ ਹਾਲਾਤਾਂ ਨੂੰ ਤੋਂ ਵੱਧ ਕੇ ਸ਼ਕਤੀਸ਼ਾਲੀ ਹੈ। ਸ਼ਕਤੀਸ਼ਾਲੀ ਹੋਣ ਦੀ ਲਗਾਤਾਰ ਨਿਸ਼ਚਾ ਅਜਿਹਾ ਕਰਨ ਦਾ ਦ੍ਰਿੜ ਇਰਾਦਾ ਸਾਨੂੰ ਮੁਸ਼ਕਿਲ ਤੋਂ ਪਾਰ ਲੈ ਆਉਂਦਾ ਹੈ ਅਤੇ ਕਾਰਜ ਸਿੱਧੀ ਦੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਇਹ ਸਾਡੀਆਂ ਸੰਭਾਵਿਕ ਯੋਗਤਾਵਾਂ ਅਤੇ ਸ਼ਕਤੀਆਂ ਨੂੰ ਸੰਜੀਵ ਅਤੇ ਸ਼ਕਤੀਸ਼ਾਲੀ ਕਰਦਾ ਹੈ। ਆਪਣੀ ਯੋਗਤਾ ਅਤੇ ਸ਼ਕਤੀ ਦਾ ਲਗਾਤਾਰ ਨਿਸ਼ਚਾਤਮਕ ਵਿਸ਼ਵਾਸ ਹੌਸਲੇ ਨੂੰ ਵਧਾ ਦਿੰਦਾ ਹੈ।
ਹੌਸਲਾ ਹੀ ਆਤਮ ਵਿਸ਼ਵਾਸ ਦੀ ਰੀੜ੍ਹ ਦੀ ਹੱਡੀ ਹੈ। ਜਦ ਮਨੁੱਖ ਪੂਰੀ ਤਰ੍ਹਾਂ ਕਠਿਨ ਹਾਲਾਤਾਂ 'ਚ ਘਿਰ ਜਾਂਦਾ ਹੈ ਤਾਂ ਜੇ ਉਹ ਸੋਚੇ ਜਾ ਰਹੇ ਮੈਂ ਜ਼ਰੂਰ ਕਰਾਂਗਾ, ਮੈਂ ਕਰ ਸਕਦਾ, ਅਤੇ ਉਸ ਨਾਲ ਉਹਦਾ ਹੌਸਲਾ ਅਤੇ ਆਤਮ ਵਿਸ਼ਵਾਸ ਦਾ ਸ਼ਕਤੀਸ਼ਾਲੀ ਹੀ ਹੋ ਉੱਠੇਗਾ। ਕੋਈ ਵੀ ਵਿਅਕਤੀ ਵੱਡੇ ਤੋਂ ਵੱਡਾ ਕੰਮ ਤਾਂ ਹੀ ਕਰ ਸਕਦਾ ਹੈ ਜਦੋਂ ਉਹਦਾ ਮਨ ਨਵੀਆਂ ਸਿਰਜਣਾ ਅਤੇ ਨਿਰਮਾਣ ਦੀਆਂ ਉਮੰਗਾਂ ਨਾਲ ਭਰਿਆ ਹੋਇਆ ਹੋਵੇ। ਖਾਲੀ ਅਤੇ ਬੁਝੇ ਹੋਏ ਮਨ ਵਾਲਾ ਵਿਅਕਤੀ ਕੁਛ ਨਹੀਂ ਕਰ ਸਕਦਾ। ਉਤਸ਼ਾਹ ਅਤੇ ਆਸ਼ਾ ਨਾਲ ਹੀ ਵੱਡੇ ਕੰਮ ਹੁੰਦੇ ਹਨ। ਨਿਰਮਾਣਾਤਮਕ ਅਤੇ ਆਕਰਸ਼ਕ ਗੁਣ ਹੀ ਅੱਗੇ ਵਧਣ ਵਾਲੇ ਗੁਣ ਹਨ। ਇਹਨਾਂ ਗੁਣਾਂ ਦਾ ਉਪਯੋਗ ਕਰਨ ਦੇ ਲਈ ਮਨ ਦੀ ਸਥਿਤੀ ਵੀ ਹੋਣੀ ਚਾਹੀਦੀ ਹੈ। ਜਿਸ ਵਿਅਕਤੀ 'ਚ ਇਹ ਗੁਣ ਨਹੀਂ ਹਨ ਉਹ ਕਦੇ ਵੀ ਨੇਤਾ ਜਾਂ ਪਰਨਿਰਪੱਖ ਨਹੀਂ ਬਣ ਸਕਦਾ। ਉਹ ਹਮੇਸ਼ਾ ਦੂਜਿਆਂ ਦੀ ਪੂਛ ਹੀ ਬਣਿਆ ਰਹੇਗਾ, ਛਾਂ ਬਣ ਕੇ ਜੀਵੇਗਾ ਅਤੇ ਨਕਲ ਹੀ ਕਰਦਾ ਰਹੇਗਾ। ਜਦੋਂ ਤੱਕ ਉਹਦੀ ਇਹੀ ਹਾਲਤ ਰਹੇਗੀ ਉਦੋਂ ਤੱਕ ਅਭਾਵਾਤਮਕ ਤੋਂ ਭਾਵਾਤਮਕ ਸੰਯੁਕਤ ਤੋਂ ਨਿਸ਼ਚਿਤ ਪਿੱਛੇ ਹਟਣ ਅਤੇ ਬਚਦੇ ਫਿਰਨ ਦੇ ਇਲਾਵਾ ਉਤਸ਼ਾਹ ਨਾਲ ਅੱਗੇ ਵਧਣ ਦੀ ਮਾਨਸਿਕ ਸਥਿਤੀ 'ਚ ਨਹੀਂ ਪਹੁੰਚ ਜਾਂਦਾ। ਉਦੋਂ ਆਤਮ ਨਿਸ਼ਚਾਸ਼ੀਲ ਅਤੇ ਭਾਵਾਤਮਕ ਹੋ ਸਕਦੀ ਹੈ। ਜੇ ਦੁਨੀਆ 'ਚ ਕੁਝ ਬਣਨਾ ਚਾਹੁੰਦੇ ਹੋ ਤਾਂ ਇੱਕ ਪਲ ਲਈ ਵੀ ਆਪਣੇ ਮਨ 'ਚ ਅਜਿਹੇ ਵਿਚਾਰ ਨਾ ਆਉਣ ਦਿਓ ਕਿ ਮੈਂ ਤੰਗ ਆ ਗਿਆ, ਮੈਂ ਬਦਕਿਸਮਤ ਹਾਂ। ਅਜਿਹੇ ਵਿਚਾਰਾਂ ਦਾ ਪੂਰੀ ਸ਼ਕਤੀ ਨਾਲ ਮੁਕਾਬਲਾ ਕਰੋ, ਕੱਢ ਕੇ ਸੁੱਟ ਦਿਓ। ਮਨ ਦੀ ਸਥਿਤੀ ਬਣਾਓ ਕਿ ਇਹ ਮਨ 'ਚ ਨਾ ਆਉਣ। ਆਪਣੇ ਇਸ ਪ੍ਰਕਾਰ ਅਨੁਸ਼ਾਸਿਤ ਕਰੋ ਕਿ ਕਮਜ਼ੋਰ ਵਿਚਾਰ ਕੋਲ ਤੱਕ ਨਾ ਫਟਕਣ। ਮਾਨਸਿਕ, ਸਰੀਰਕ ਅਤੇ ਨੈਤਿਕ ਦੋਸ਼ ਵਿਚਾਰ ਦਾ ਵਿਸ਼ਾ ਨਾ ਬਣਨ। ਇਸ ਗੱਲ ਨੂੰ ਕਦੇ ਸਵੀਕਾਰ ਨਾ ਕਰੋ। ਮੰਨਣ ਤੋਂ ਇਨਕਾਰ ਕਰ ਦਿਓ ਕਿ ਮੈਂ ਕਮਜ਼ੋਰ ਜਾਂ ਬੇਕਾਰ ਹਾਂ। ਜਿਹੜਾ ਕੰਮ ਦੂਜੇ ਲੋਕ ਕਰ ਸਕਦੇ ਆ ਮੈਂ ਨਹੀਂ ਕਰ ਸਕਦਾ। ਮੈਂ ਗੁਣਹੀਣ ਹਾਂ, ਇਸ ਲਈ ਮੈਨੂੰ ਸੰਸਾਰ 'ਚ ਹੇਠਲੀ ਸਥਿਤੀ 'ਚ ਰਹਿ ਕੇ ਸੰਤੋਖ ਕਰ ਲੈਣਾ ਚਾਹੀਦਾ ਹੈ। ਅਜਿਹੇ ਹਰ ਇੱਕ ਸ਼ੱਕ ਨੂੰ ਕੁਚਲ ਦਿਓ ਜਿਵੇਂ ਕਿ ਸੱਪ ਨੂੰ ਕੁਚਲ ਦਿੱਤਾ ਜਾਂਦਾ ਹੈ, ਜਿਸ ਨਾਲ ਤੁਹਾਡੇ ਜੀਵਨ ਨੂੰ ਖਤਰਾ ਹੁੰਦਾ ਹੈ। ਆਪਣੀ ਗਰੀਬੀ ਜਾਂ ਬਦਕਿਸਮਤੀ ਦਸ਼ਾ ਦੇ ਬਾਰੇ 'ਚ ਨਾ ਤਾਂ ਕਦੀ ਬੋਲੋ, ਨਾ ਸੋਚੋ ਅਤੇ ਨਾ ਹੀ ਲਿਖੋ। ਅਜਿਹੇ ਸਾਰੇ ਵਿਚਾਰਾਂ ਨੂੰ ਜੜ੍ਹ ਤੋਂ ਉਖਾੜ ਕੇ ਸੁੱਟ ਦਿਓ ਜੋ ਜੀਵਨ ਨੂੰ ਸੀਮਤ ਕਰਦੇ ਹੈ, ਬੌਣਾ ਬਣਾਉਂਦੇ ਹੈ, ਹਨੇਰੇ ਤੋਂ ਆਵਰਿਤ ਕਰਦੇ ਹੈ। ਇਹ ਯਮ ਦੇ ਭੂਤ ਹਨ, ਇਹਦੇ ਜ਼ਿੰਮੇਵਾਰ ਤੁਸੀਂ ਹੋ। ਰੱਬ ਨੇ ਇਹਨਾਂ ਦਾ ਨਿਰਮਾਣ ਨਹੀਂ ਕੀਤਾ। ਉਹਦੀ ਅਜਿਹੀ ਇੱਛਾ ਕੋਈ ਨਹੀਂ ਹੈ ਕਿ ਉਹ ਪੈਦਾ ਹੋਣ, ਤੁਹਾਡੇ ਮਨ ਵਿੱਚ ਘੁੰਮਣ ਅਤੇ ਸੰਤਾਪ ਕਰਨ। ਰੱਬ ਨੇ ਤੁਹਾਨੂੰ ਪ੍ਰਸੰਨਤਾ ਅਤੇ ਖੁਸ਼ੀ ਲਈ ਬਣਾਇਆ ਹੈ। ਤੁਸੀਂ ਈਸ਼ਵਰ ਦੇ ਮਹਾਨ ਪੁੱਤਰ। ਉਹ ਤੁਹਾਨੂੰ ਪੈਦਾ ਇਸ ਲਈ ਕਰਦਾ ਹੈ ਕਿ ਹਾਲਾਤਾਂ ਤੋਂ ਜਿੱਤ ਪ੍ਰਾਪਤ ਕਰੋ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਅਤੇ ਲਗਾਤਾਰ ਮਨ 'ਚ ਦੁਹਰਾਉਂਦੇ ਰਹੋ ਕਿ ਰੱਬ ਨੇ ਕਿਸੇ ਨੂੰ ਵੀ ਅਲੱਗ, ਅਸਮਰਥ ਅਤੇ ਸਾਧਨਹੀਣ ਨਹੀਂ ਬਣਾਇਆ। ਜੀਵਨ ਦੇ ਸੰਗਰਾਮ 'ਚ ਜੂਝਣ ਲਈ ਤੁਹਾਨੂੰ ਕਿਸੇ ਤੋਂ ਘੱਟ ਅਸਤਰ ਸ਼ਸਤਰ ਨਹੀਂ ਦਿੱਤੇ ਜਾਂਦੇ। ਸੂਰਜ ਦਾ ਅਨੰਤ ਪ੍ਰਕਾਸ਼ ਬਿਖਰਿਆ ਪਿਆ, ਚਾਰੇ ਪਾਸੇ ਫੈਲ ਰਿਹਾ ਹੈ। ਖੁਦ ਹੀ ਖਿੜਕੀਆਂ ਦਰਵਾਜ਼ੇ ਬੰਦ ਕਰ ਰੱਖੇ ਹੈ, ਮੋਟੇ ਕਾਲੇ ਪਰਦੇ ਟੰਗ ਰੱਖੇ ਹੈ। ਇੱਕ ਵਾਰ ਪਰਦਾ ਹਟਾ ਕੇ ਖਿੜਕੀਆਂ ਖੋਲ੍ਹ ਕੇ ਦੇਖੋ। ਅੱਜ ਹੀ ਇਸ ਪਲ ਹੀ ਦ੍ਰਿੜ ਨਿਸ਼ਚਾ ਕਰ ਲਓ ਕਿ ਮੈਂ ਆਸ਼ਾਵਾਦੀ ਬਣਾਂਗਾ। ਨਿਰਾਸ਼ਾਵਾਦੀ ਦਾ ਨਾਮੋ ਨਿਸ਼ਾਨ ਨਹੀਂ ਹੋਏਗਾ, ਉਹਦੀ ਕਲਪਨਾ ਤੱਕ ਨਹੀਂ ਹੋਏਗੀ। ਇਹ ਵਿਸ਼ਵਾਸ ਰੱਖੋ ਕਿ ਆਖਰ ਇਨਸਾਫ ਦੀ ਜਿੱਤ ਹੁੰਦੀ ਹੈ। ਪਲ ਦੀ ਪਲ ਕੁਛ ਵੀ ਹੁੰਦਾ ਦਿਖਾਈ ਦੇ, ਅੰਤਿਮ ਜਿੱਤ ਤਾਂ ਸੱਚਾਈ ਦੀ ਹੁੰਦੀ ਹੈ। ਧੰਨਵਾਦ।